पंजाब विधान सभा चोणां दे नतीजिਆਂ ਨੂੰ ਲੈ ਕੇ ਤਿਆਰੀਆਂ ਮੁਕੰਮਲ ਹੋ ਗਈਆਂ ਨੇ। ਲੁਧਿਆਣਾ ਦੇ ਪੁਲਿਸ ਕਮਿਸ਼ਨਰ ਗੁਰਪ੍ਰੀਤ ਸਿੰਘ ਭੁੱਲਰ ਅਤੇ ਮੁੱਖ ਚੋਣ ਅਫਸਰ ਵਰਿੰਦਰ ਸ਼ਰਮਾ ਵੱਲੋਂ ਪ੍ਰੈਸ ਕਾਨਫਰੰਸ ਕਰਕੇ ਤਿਆਰੀਆਂ ਸੰਬੰਧੀ ਵੇਰਵਾ ਦਿੱਤਾ ਗਿਆ। ਲੁਧਿਆਣਾ ਦੇ ਮੁੱਖ ਚੋਣ ਅਫਸਰ ਨੇ ਦੱਸਿਆ ਕਿ 14 ਵਿਧਾਨ ਸਭਾ ਹਲਕਿਆਂ ਦੀ ਵੋਟਾਂ ਦੀ ਗਿਣਤੀ ਲਈ ਵੱਖ-ਵੱਖ ਕਾਊਂਟਿੰਗ ਸੈਂਟਰ ਬਣਾਏ ਗਏ ਨੇ। ਉਹਨਾਂ ਨੇ ਕਾਊਂਟਿੰਗ ਸੈਂਟਰਾਂ ਦੀ ਜਾਣਕਾਰੀ ਦਿੱਤੀ ਅਤੇ ਦੱਸਿਆ ਕਿ ਇੱਕ ਕਾਊਂਟਿੰਗ ਸੈਂਟਰ ਦੇ ਵਿੱਚ 7-7 ਟੇਬਲ ਲਗਵਾਏ ਜਾਣਗੇ, ਜਿਸ ਦਾ ਮਤਲਬ ਹੈ ਕਿ 14 ਟੇਬਲ ਲੱਗਣਗੇ ਜਿਨ੍ਹਾਂ ਤੇ ਵੋਟਾਂ ਦੀ ਗਿਣਤੀ ਹੋਵੇਗੀ। ਉਹਨਾਂ ਨੇ ਕਿਹਾ ਕਿ ਇੱਕ ਟੇਬਲ ਤੇ ਕਾਊਂਟਿੰਗ ਸੁਪਰਵਾਈਜ਼ਰ, ਕਾਊਂਟਿੰਗ ਮਾਈਕਰੋ ਆਬਜ਼ਰਵਰ ਅਤੇ ਕਾਊਂਟਿੰਗ ਆਬਜ਼ਰਵਰਾਂ ਦੀ ਤੈਨਾਤੀ ਹੋਵੇਗੀ। ਕੁੱਲ ਮਿਲਾ ਕੇ ਲੁਧਿਆਣਾ ਦੇ ਸਾਰੇ ਵਿਧਾਨ ਸਭਾ ਹਲਕਿਆਂ ਲਈ 882 ਚੋਣ ਅਮਲੇ ਦੀ ਤੈਨਾਤੀ ਕੀਤੀ ਗਈ ਹੈ। ਉਹਨਾਂ ਨੇ ਦੱਸਿਆ ਕਿ ਕਾਊਂਟਿੰਗ ਸੈਂਟਰ ਵਿੱਚ ਮੋਬਾਈਲ ਲਿਜਾਣ ਤੇ ਪਾਬੰਦੀ ਹੋਵੇਗੀ। ਇਸ ਤੋਂ ਇਲਾਵਾ ਪਾਰਟੀ ਦਾ ਜਾਂ ਤਾਂ ਉਮੀਦਵਾਰ ਜਾਂ ਫਿਰ ਪੋਲਿੰਗ ਏਜੰਟ ਹੀ ਕਾਊਂਟਿੰਗ ਸੈਂਟਰ ਦੇ ਅੰਦਰ ਜਾ ਸਕੇਗਾ। ਦੋਵਾਂ ਨੂੰ ਜਾਣ ਦੀ ਇਜਾਜ਼ਤ ਨਹੀਂ ਹੋਵੇਗੀ। ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਸਭ ਤੋਂ ਜ਼ਿਆਦਾ ਲੁਧਿਆਣਾ ਦੇ ਗਿੱਲ ਅਤੇ ਸਾਨੇਵਾਲ ਹਲਕੇ ਵਿੱਚ ਵੋਟਾਂ ਦੀ ਗਿਣਤੀ ਲਈ ਗੇੜ ਹੋਣਗੇ। ਉਧਰ ਦੂਜੇ ਪਾਸੇ ਲੁਧਿਆਣਾ ਦੇ ਪੁਲਿਸ ਕਮਿਸ਼ਨਰ ਨੇ ਦੱਸਿਆ ਕਿ ਧਾਰਾ 144 ਉਸ ਦਿਨ ਲਾਗੂ ਹੋਵੇਗੀ। ਕਿਸੇ ਵੀ ਤਰ੍ਹਾਂ ਦੀ ਕੋਈ ਕੋਤਾਹੀ ਨਹੀਂ ਵਰਤੀ ਜਾਵੇਗੀ। ਸੁਰੱਖਿਆ ਦੇ ਪੁਖਤਾ ਪ੍ਰਬੰਧ ਹੋਣਗੇ। ਜਿਸ ਥਾਂ ਤੇ ਵੋਟਾਂ ਦੀ ਗਿਣਤੀ ਹੋਣੀ ਹੈ ਉਸ ਤੋਂ 100 ਮੀਟਰ ਤੱਕ ਦੀ ਦੂਰੀ ਤੱਕ ਕਿਸੇ ਨੂੰ ਵੀ ਪਾਰਕਿੰਗ ਦੀ ਕੋਈ ਇਜਾਜ਼ਤ ਨਹੀਂ ਹੋਵੇਗੀ। 3 ਲੇਅਰ ਸੁਰੱਖਿਆ ਦਾ ਪ੍ਰਬੰਧ ਕੀਤਾ ਗਿਆ ਹੈ। ਇਸ ਤੋਂ ਇਲਾਵਾ ਵੋਟਾਂ ਦੀ ਗਿਣਤੀ ਖਤਮ ਹੋਣ ਤੋਂ ਬਾਅਦ 45 ਦਿਨਾਂ ਤੱਕ ਈਵੀਐਮ ਸੀਲ ਕਰ ਦਿੱਤੀਆਂ ਜਾਣਗੀਆਂ ਅਤੇ ਜੇਕਰ ਕਿਸੇ ਨੂੰ ਵੀ ਈਵੀਐਮ ਦੀ ਗਿਣਤੀ ਤੇ ਕੋਈ ਸ਼ੰਕਾ ਹੋਵੇਗੀ ਤਾਂ ਵੀਵੀਪੈਟ ਦੀ ਗਿਣਤੀ ਵੀ ਕੀਤੀ ਜਾ ਸਕਦੀ ਹੈ। ਉਹਨਾਂ ਨੇ ਦੱਸਿਆ ਕਿ ਬਾਹਰਲੀ ਸੁਰੱਖਿਆ ਮੁਲਾਜ਼ਮਾਂ ਤੋਂ ਇਲਾਵਾ ਪੰਜਾਬ ਪੁਲਿਸ ਦੀਆਂ ਟੁਕੜੀਆਂ ਤੈਨਾਤ ਰਹਿਣਗੀਆਂ, ਪਰ ਉਹਨਾਂ ਨੂੰ ਕਾਊਂਟਿੰਗ ਸੈਂਟਰ 'ਚ ਜਾਣ ਦੀ ਇਜਾਜ਼ਤ ਨਹੀਂ ਹੋਵੇਗੀ। ਇਸ ਤੋਂ ਇਲਾਵਾ ਵੋਟਾਂ ਦੀ ਗਿਣਤੀ ਕਰਨ ਵਾਲਾ ਅਮਲਾ ਅਤੇ ਉਮੀਦਵਾਰ ਜਾਂ ਪੋਲਿੰਗ ਏਜੰਟ ਦੇ ਅੰਦਰ ਜਾਣ ਦਾ ਰਾਹ ਵੱਖਰਾ ਹੋਵੇਗਾ। ਸੌਰੀ, ਅਸੀਂ ਸਵੇਰ ਤੋਂ 14 ਦੇ 14 ਕਾਊਂਟਿੰਗ ਹਾਲਸ ਨੇ ਜਿਹੜੇ ਉਹਨਾਂ ਦਾ ਨਿਰੀਖਣ ਕਰਨਾ ਸੀਗਾ, ਕਿਉਂਕਿ ਥੋੜਾ ਸਮਾਂ ਲੱਗ ਗਿਆ। ਅਸੀਂ ਲੰਚ ਕਰਕੇ ਜਸਟ ਬਸ ਹੁਣ ਤੁਹਾਡੇ ਕੋਲ ਆ ਹੀ ਰਹੇ ਹਾਂ। ਮੈਂ ਤੁਹਾਡਾ ਸਾਰਿਆਂ ਦਾ ਸਵਾਗਤ ਕਰਦਾ। ਅੱਜ ਬਰੀਫਿੰਗ ਕਰਨ ਦਾ ਇਹ ਭਾਵ ਸੀਗਾ ਕਿਉਂਕਿ 10 ਤਰੀਕ ਨੂੰ ਤਾਂ ਐਕਚੁਅਲ ਕਾਊਂਟਿੰਗ ਹੋ ਹੀ ਜਾਣੀ ਹੈ। ਅਗਰ ਕੱਲ੍ਹ ਨੂੰ ਕੋਈ ਬਰੀਫ ਕਰਦੇ ਤਾਂ ਉਹ 10th ਮਾਰਨਿੰਗ ਨੂੰ ਜਦੋਂ ਨੂੰ ਛਪਦਾ ਬਾਈ ਦੈਟ ਟਾਈਮ ਤਾਂ ਇਲੈਕਸ਼ਨ ਦੇ ਰਿਜ਼ਲਟ ਹੀ ਆਉਣੇ ਸ਼ੁਰੂ ਹੋ ਜਾਣੇ ਆ। ਸੋ ਅਸੀਂ 8th ਨੂੰ ਤੁਹਾਨੂੰ ਬਰੀਫਿੰਗ ਤਾਂ ਕਰ ਰਹੇ ਹਾਂ ਸੋ ਦੈਟ 9th ਨੂੰ ਤੁਸੀਂ ਲੋਕਾਂ ਨੂੰ ਚੰਗੀ ਤਰ੍ਹਾਂ ਇਹਨੂੰ ਸਾਰਾ ਸੂਚਿਤ ਕਰ ਸਕੋ। ਲੁਧਿਆਣੇ ਜ਼ਿਲ੍ਹੇ ਦੇ ਅੰਦਰ ਟੋਟਲ 14 ਕੌਂਸਟੀਚੁਐਂਸੀਜ਼ ਨੇ। ਇਹ 14 ਕੌਂਸਟੀਚੁਐਂਸੀਜ਼ ਜਿਹੜੀਆਂ ਹੈਗੀਆਂ ਨੇ ਸਾਰੇ ਦੇ ਸਾਰੇ ਦੀਆਂ ਜਿਹੜੀਆਂ EVMs ਹਨ ਉਹ 20 ਫਰਵਰੀ ਨੂੰ ਵੋਟਾਂ ਪੈਣ ਤੋਂ ਬਾਅਦ 2979 ਪੋਲਿੰਗ ਬੂਥਸ ਦੀਆਂ ਪੂਰੀਆਂ ਜਿਹੜੀਆਂ EVMs ਨੇ ਔਰ VVPAT ਨੇ ਉਹਨਾਂ ਦੇ ਜਿਹੜੇ ਸਟਰੋਂਗ ਰੂਮਸ ਨੇ ਉਹ ਸਾਰੇ ਦੇ ਸਾਰੇ ਲੁਧਿਆਣਾ ਸ਼ਹਿਰ ਦੇ ਅੰਦਰ ਬਣਾਏ ਗਏ ਨੇ। ਇਹ ਜਿਹੜੇ ਹੈਗੇ ਆ 8 ਬਿਲਡਿੰਗਸ ਦੇ ਅੰਦਰ ਸਾਡੇ ਸੈਂਟਰ ਨੇ। ਇਹਨਾਂ 'ਚੋਂ ਪੰਜਾਬ ਐਗਰੀਕਲਚਰ ਯੂਨੀਵਰਸਿਟੀ 'ਚ 4, ਗੁਰੂ ਨਾਨਕ ਦੇਵ ਇੰਜੀਨੀਅਰਿੰਗ ਕਾਲਜ 'ਚ 2, SCD ਕਾਲਜ ਫॉर ਮੈਨ ਐਂਡ ਵੀਮੈਨ ਹੁਣ ਤਾਂ ਦੋਨੇ ਹੀ ਹੋ ਗਿਆ, ਉੱਥੇ 2 ਜਗ੍ਹਾ ਦੀ ਕਾਊਂਟਿੰਗ ਹੋਣੀ ਹੈ। ਆਰੀਆ ਕਾਲਜ ਜਿਹੜਾ ਹੈਗਾ ਇੱਥੇ ਇੱਕ ਸੈਂਟਰ ਬਣੇਗਾ ਕਾਊਂਟਿੰਗ ਦਾ। ਇਸੇ ਤਰ੍ਹਾਂ ਹੀ KVM ਸਕੂਲ ਦਾ ਜਿਹੜਾ ਹਾਲ ਹੈਗਾ ਉੱਥੇ ਇੱਕ, ਗਵਰਨਮੈਂਟ ਕਾਲਜ ਫॉर ਵੀਮੈਨ ਇੱਥੇ ਇੱਕ ਹੈ, ਜਿਹੜਾ ਪੋਲੀਟੈਕਨਿਕ ਹੈ ਸਾਡਾ SRS ਇੱਥੇ ਇੱਕ ਹੈ, ਖਾਲਸਾ ਸੀਨੀਅਰ ਸੈਕੰਡਰੀ ਸਕੂਲ ਫॉर ਗਰਲਸ ਇੱਥੇ ਇੱਕ ਹੈ, ਮਾਲਵਾ ਕਾਲਜ ਫॉर ਵੀਮੈਨ ਇੱਥੇ ਇੱਕ ਹੈ। ਸੋ ਟੋਟਲ 14 ਸੈਂਟਰਾਂ ਦੀ ਜਿਹੜੀ ਹੈਗੀ ਹੈ 57 ਦਾਖਾ ਤੋਂ ਲੈ ਕੇ 70 ਜਗਰਾਵਾਂ ਤੱਕ ਜਿਹੜੀ ਕਾਊਂਟਿੰਗ ਹੋਣੀ ਹੈ। ਇਹ ਕਾਊਂਟਿੰਗ 10 ਤਰੀਕ ਨੂੰ ਸਵੇਰੇ 8 ਵਜੇ ਸ਼ੁਰੂ ਹੋਣੀ ਹੈ। ਜਿਹੜਾ ਸਾਡਾ ਪੋਲਿੰਗ ਪਰਸਨਲ ਹੈਗੇ ਨੇ ਉਹਨਾਂ ਦੀ ਅਸੀਂ ਹੁਣ ਤੱਕ ਜਿਹੜੇ ਟੋਟਲ ਪੋਲਿੰਗ ਪਰਸਨਲ ਅਸੀਂ ਲਗਾਏ ਨੇ ਹਰ ਇੱਕ ਕੌਂਸਟੀਚੁਐਂਸੀ 14 ਕੌਂਸਟੀਚੁਐਂਸੀਆਂ ਦੇ ਵਿੱਚ ਕਿਉਂਕਿ 14 ਟੇਬਲ ਲੱਗਣੇ ਨੇ ਤਾਂ ਇਸ ਹਿਸਾਬ ਨਾਲ ਇੱਕ ਕੌਂਸਟੀਚੁਐਂਸੀ ਜਿਹੜੀ ਹੈਗੀ ਹੈ ਉਹਦੇ ਅੰਦਰ ਅਸੀਂ ਜਿਹੜੇ ਹਨ 14 ਟੇਬਲਾਂ ਦੇ ਉੱਪਰ ਹਰ ਇੱਕ ਟੇਬਲ ਦੇ ਉੱਪਰ ਇੱਕ ਕਾਊਂਟਿੰਗ ਸੁਪਰਵਾਈਜ਼ਰ ਹੈ, ਇੱਕ ਕਾਊਂਟਿੰਗ ਅਸਿਸਟੈਂਟ ਹੈ ਔਰ ਇੱਕ ਕਾਊਂਟਿੰਗ ਮਾਈਕਰੋ ਆਬਜ਼ਰਵਰ ਹੈਗਾ। ਸੋ ਇਹ ਜਿਹੜਾ ਸਟਾਫ ਟੋਟਲ ਬਣਦਾ ਹੈਗਾ ਇਨਕਲੂਡਿੰਗ 50% ਰਿਜ਼ਰਵ 882 ਬੰਦੇ ਜਿਹੜੇ ਪਿਓਰਲੀ ਕਾਊਂਟਿੰਗ ਡਿਊਟੀ 'ਤੇ ਲਗਾਏ ਗਏ ਨੇ। ਇਸ ਤੋਂ ਇਲਾਵਾ ਬਹੁਤ ਸਾਰਾ ਸਟਾਫ ਜਿਹੜਾ ਹੈਗਾ ਹਰ ਇੱਕ ਟੇਬਲ ਦੇ ਉੱਪਰ 2-2 ਬੰਦੇ ਕੈਰੀ ਕਰਦੇ ਨੇ। 28 ਨੂੰ 14 ਨਾਲ ਹੋਰ ਗੁਣਾ ਕਰ ਲਓ। ਜਿਹੜੇ ਬਹੁਤ ਸਾਰੇ ਜਿਹੜੇ ਕਲਾਸ 4 ਇੰਪਲੋਈਜ਼ ਨੇ ਟੂ ਕੈਰੀ ਦਾ EVMs ਉਹਨਾਂ ਦੀ ਡਿਊਟੀ ਹੈ। ਔਰ ਉਸ ਤੋਂ ਇਲਾਵਾ ਬਹੁਤ ਸਾਰਾ ਸਪੋਰਟ ਸਟਾਫ ਔਰ IT ਪਰਸਨਲ ਜਿਹੜੇ ਹੈਗੇ ਨੇ ਕਿਉਂਕਿ ਇਸ ਵਾਰ ਜਿਹੜਾ ਡਾਟਾ ਹੈਗਾ ਉਹ ਨਾਲ ਦੀ ਨਾਲ ਐਨਕੋਰ ਕਰਕੇ ਇੱਕ ਇਲੈਕਸ਼ਨ ਕਮਿਸ਼ਨ ਦਾ ਸੌਫਟਵੇਅਰ ਹੈ ਉਸ ਦੇ ਵਿੱਚ ਉਹ ਡਾਟਾ ਸਾਰਾ ਫੀਡ ਹੋਣਾ ਹੈਗਾ, ਉਹਦੇ ਲਈ IT ਪਰਸਨਲ ਲਗਾਏ ਗਏ ਨੇ। ਇਸ ਤੋਂ ਇਲਾਵਾ CP ਸਾਹਿਬ ਤੁਹਾਨੂੰ ਜ਼ਿਆਦਾ ਡਿਟੇਲ ਦੇ ਵਿੱਚ ਦੱਸਣਗੇ।
ਜਿਹੜੀ 3 ਲੇਅਰ ਸਿਕਿਉਰਿਟੀ ਜੋ ਪਹਿਲਾਂ ਜਿਸ ਤਰ੍ਹਾਂ ਸੀਗੀ, ਇਨਰ ਲੇਅਰ CAPF ਦੀ, ਜਿਹੜੀ ਉਸ ਤੋਂ ਇਲਾਵਾ ਇੰਟਰਮੀਡੀਏਟ ਲੇਅਰ ਹੈ, ਸੈਕੰਡ ਲੇਅਰ ਹੈਗੀ ਹੈ ਉਹ ਸਟੇਟ ਆਰਮਡ ਪੁਲਿਸ PAP ਦੀ ਹੈ, ਆਊਟਰ ਜਿਹੜੀ ਲੇਅਰ ਹੈਗੀ ਹੈ ਉਹ ਲੋਕਲ ਪੁਲਿਸ ਦੀ ਹੈ। ਆਈ ਲੀਵ ਇਟ ਐਟ ਦੈਟ, ਔਰ ਜ਼ਿਆਦਾ ਡਿਟੇਲਸ CP ਸਾਹਿਬ ਇਸ 'ਤੇ ਦੇਣਗੇ ਤੁਹਾਨੂੰ। ਬਟ ਮੋਟੇ ਤੌਰ 'ਤੇ ਇਹ ਹੈਗਾ ਕਿ ਉਸ ਦਿਨ ਨੋ ਮੋਬਾਈਲਸ ਆਰ ਅਲਾਊਡ ਇਨਸਾਈਡ ਐਕਸੈਪਟ ਫॉर द ਆਬਜ਼ਰਵਰ, ਜਾਂ ਇੱਕ ਮੋਬਾਈਲ ਆਫ ਕਰਕੇ ਰਿਟਰਨਿੰਗ ਆਫਿਸਰ ਕੇਵਲ ਲਿਜਾ ਸਕਦੇ ਨੇ, ਉਹ ਵੀ ਜਿਹੜੀ ETPBS ਨੇ ਫੌਜੀਆਂ ਦੇ ਜਿਹੜੇ ਇਲੈਕਟ੍ਰੋਨਿਕਲੀ ਟਰਾਂਸਮਿਟਡ ਪੋਸਟਲ ਬੈਲਟ ਪੇਪਰ ਆਉਂਦੇ ਨੇ, ਉਹਨਾਂ ਦਾ ਇੱਕ OTP ਆਉਂਦਾ ਜਦੋਂ ਉਹਨਾਂ ਨੂੰ ਕਾਊਂਟ ਕਰਨਾ ਹੁੰਦਾ। No one will be allowed entry without I cards। ਮੇਰੀ ਮੀਡੀਆ ਪਰਸਨਸ ਨੂੰ ਵੀ ਬੇਨਤੀ ਹੈ ਕਿ ਤੁਹਾਡਾ ਜਿਹੜਾ ਯੈਲੋ ਕਲਰ ਦਾ ਜਿਹੜਾ ECI ਵੱਲੋਂ ਪ੍ਰਵਾਨਿਤ ਤੁਹਾਡਾ ਆਇਡੈਂਟੀਟੀ ਕਾਰਡ ਹੈ, it has been circulated to all security agencies, all returning officers as well as observers। ਸੋ ਕਾਈਂਡਲੀ ਆਪਣਾ ECI ਦਾ ਜਿਹੜਾ ਆਇਡੈਂਟੀਟੀ ਕਾਰਡ ਹੈ ਉਹਨੂੰ ਜ਼ਰੂਰ ਤੁਸੀਂ ਕੈਰੀ ਕਰਨਾ। ਮੀਡੀਆ ਪਰਸਨਸ ਜਿਹੜੇ ਹੈਗੇ ਇੱਕ ਸਪੈਸੀਫਾਈਡ ਲਾਈਨ ਤੱਕ ਔਰ ਇੱਕ ਪਰਟੀਕੂਲਰ ਟਾਈਮ ਪੀਰੀਅਡ 'ਤੇ ਹਰ ਇੱਕ ਜਗ੍ਹਾ 'ਤੇ ਤੁਹਾਡਾ ਮੀਡੀਆ ਸੈਂਟਰ ਬਣਿਆ ਹੋਏਗਾ। ਤੁਹਾਨੂੰ ਜਿਹੜੇ ਰਿਟਰਨਿੰਗ ਆਫਿਸਰ ਨੇ ਉਹ DPRO ਸਾਹਿਬ ਤੁਹਾਡੇ ਨਾਲ ਤਾਲਮੇਲ ਕਰਨਗੇ। ਆਫਟਰ ਰੈਗੂਲਰ ਇੰਟਰਵਲਸ ਜਿਹੜਾ ਹੈਗਾ ਤੁਹਾਨੂੰ ਅੰਦਰ ਲਿਜਾਇਆ ਜਾਏਗਾ। ਅੰਦਰ ਲਿਜਾ ਕੇ ਪਰਟੀਕੂਲਰ ਮਸ਼ੀਨ ਦੇ ਅੰਦਰ ਕੀ ਵੋਟਸ ਆ ਰਹੀਆਂ ਨੇ ਉਹਦੀ ਫਿਲਮਿੰਗ ਨਹੀਂ ਅਲਾਊਡ ਹੋਏਗੀ, ਬਟ ਓਵਰਆਲ ਜਨਰਲ ਸ਼ਾਟਸ ਜਿਹੜੇ ਹੈਗੇ ਤੁਸੀਂ ਲਿਜਾ ਸਕਦੇ ਹੋ। ਔਰ ਅੰਦਰ ਸਿਰਫ ਹੈਂਡ ਹੈਲਡ ਕੈਮਰਾਜ਼ ਲਿਜਾਏ ਜਾ ਸਕਦੇ ਆ। ਕੋਈ ਟਰਾਈਪੋਡਸ ਜਾਂ ਇਸ ਤਰ੍ਹਾਂ ਦੀ ਸਟੇਸ਼ਨਰੀ ਕੋਈ ਇਕੁਪਮੈਂਟ ਜਾਂ ਮੋਬਾਈਲ ਫੋਨਸ ਜਿਹਦੇ ਨਾਲ ਕਿ ਬਾਹਰ ਕਮਿਊਨੀਕੇਸ਼ਨ ਹੋ ਸਕੇ, ਉਹ ਜਿਹੜੀਆਂ ਚੀਜ਼ਾਂ ਉਹ ਅੰਦਰ ਅਲਾਊਡ ਨਹੀਂ ਹੋਣਗੀਆਂ। ਇਸ ਤੋਂ ਇਲਾਵਾ ਸਭ ਤੋਂ ਵੱਡੀ ਤੁਹਾਡੀ ਕਿਉਰਿਓਸਿਟੀ ਇਹ ਹੋਏਗੀ ਕਿ ਸਾਨੂੰ ਰਿਜ਼ਲਟਸ ਦਾ ਕਿੱਦਾਂ ਪਤਾ ਲੱਗੇਗਾ। ਜਦੋਂ ਹੀ ਅੰਦਰੋਂ ਰਾਊਂਡ ਵਾਈਜ਼ ਰਿਜ਼ਲਟ ਆਉਂਦੇ ਨੇ, ਜਿਹੜੀ ਤੁਹਾਡਾ ਮੀਡੀਆ ਸੈਂਟਰ ਹੈਗਾ ਉੱਥੇ ਇਹ ਰਿਜ਼ਲਟ ਡਿਸਕਲੋਜ਼ ਕੀਤਾ ਜਾਏਗਾ। ਸਾਰੇ ਰਿਟਰਨਿੰਗ ਆਫਿਸਰਸ ਨੂੰ ਕਿਹਾ ਗਿਆ ਹੈ ਕਿ ਉੱਥੇ ਇੱਕ LED ਤੁਹਾਡੀ ਲਗਾ ਦਿੱਤੀ ਜਾਵੇ ਜਿਸ 'ਤੇ ਕਿ ਉਹ ਅਪਡੇਟ ਕਰਦੇ ਰਹਿਣਗੇ। ਇਸ ਤੋਂ ਇਲਾਵਾ ਮੈਂ ਵੀ ਹਰ ਇੱਕ ਰਾਊਂਡ 'ਤੇ ਆਈ ਪ੍ਰੋਮਿਸ ਯੂ ਕਿ ਮੈਂ ਆਪਦੇ ਫੋਨ ਤੋਂ ਜਦੋਂ ਮੇਰੇ ਕੋਲ ਕੰਪਾਈਲ ਹੋ ਕੇ ਰਾਊਂਡ ਵਾਈਜ਼ ਡਾਟਾ ਆਉਂਦਾ ਤਾਂ ਮੈਂ ਰੈਗੂਲਰਲੀ DPRO ਸਾਹਿਬ ਨੂੰ ਦਿੰਦਾ ਰਹੂੰਗਾ। ਉਹ ਅੱਗੇ ਜਿਹੜਾ ਹੈਗਾ ਤੁਹਾਨੂੰ ਫੀਡਬੈਕ ਦਿੰਦੇ ਰਹਿਣਗੇ। ਔਰ ਇਸ ਤੋਂ ਇਲਾਵਾ ਇਹ ਹੈਗਾ ਕਿ ਮੈਂ ਉਹਦਾ ਲਿੰਕ ਜਿਹੜਾ ਹੈਗਾ ਇਸ ਵਾਰ DPRO ਸਾਹਿਬ ਨੂੰ ਭੇਜਤਾ। ਜਿਹੜਾ ਐਨਕੋਰ ਸੌਫਟਵੇਅਰ ਹੈਗਾ ਉਹਦੇ 'ਚ ਜਿਹੜਾ ਵੀ ਡਾਟਾ ਹੋਣਾ ਐਂਟਰ, ਉਹ ਬੂਥ ਵਾਈਜ਼ ਜਿਹੜਾ ਡਾਟਾ ਹੈ, ਤੁਸੀਂ ਸੈਕਿੰਡ ਆਬਜ਼ਰਵਰਸ ਆਉਣਗੇ ਉਹਨੂੰ ਰਿਸੀਵ ਕਰਕੇ ਮੇਰੇ ਕਮਰੇ 'ਚ ਬਿਠਾ ਦਿਓ। ਕੁਝ ਜਣਿਆਂ ਦੇ ਮੈਸੇਜ ਆਉਣੇ ਸ਼ੁਰੂ ਹੋ ਗਏ ਬਿਕੋਜ਼ ਰੈਂਡਮਾਈਜੇਸ਼ਨ ਹੈਜ਼ ਟੂ ਹੈਪਨ ਹੀਅਰ ਐਟ 5 o'clock। ਉਹਨਾਂ ਨੂੰ ਬਾਹਰ ਤੁਸੀਂ ਇੱਕ ਜਣਾ ਰਿਸੀਵ ਕਰੀ ਜਾਓ। ਇਹ ਜਿਹੜਾ ਹੈਗਾ results.eci.gov.in, ਇਹ ECI ਦੀ ਵੈਬਸਾਈਟ 'ਤੇ ਹੈ। ਅਗਰ ਤੁਸੀਂ ਇਹਨੂੰ ਹੁਣ ਵੀ ਕਲਿੱਕ ਕਰੋਗੇ, ਮੈਂ DPRO ਸਾਹਿਬ ਨੂੰ ਲਿੰਕ ਭੇਜਤਾ, ਹੀ ਸਰਕੂਲੇਟਡ ਟੂ ਯੂ। ਉਹ ਇਹ ਕਹਿੰਦੇ ਨੇ ਕਿ ਵੀ 10 ਤਰੀਕ ਦੀ ਸਵੇਰ 8 ਵਜੇ ਇਹ ਐਕਟੀਵੇਟ ਹੋਏਗਾ। ਸੋ ਇਲ ਬੀ ਐਜ਼ ਫਾਸਟ ਐਜ਼ ਕਿ ਵੀ ਜਦੋਂ ਹੀ ਅੰਦਰੋਂ ਐਂਟਰ ਹੋਏਗਾ। ਸੋ ਹੋ ਸਕਦਾ ਹੈ ਕਿ ਤੁਸੀਂ ਸਾਡੀ ਜਿਹੜੀ ਅਨਾਊਂਸਮੈਂਟ ਆ ਉਹਦੀ ਤੁਸੀਂ ਇੰਤਜ਼ਾਰ ਨਾ ਵੀ ਕਰੋ। DPRO ਸਾਹਿਬ ਨੇ ਤੁਹਾਡੇ ਇੱਕ ਮਨ ਦੀ ਗੱਲ ਮੈਨੂੰ ਪਹਿਲਾਂ ਹੀ ਇਹ ਗੱਲ ਕਹਿਤੀ ਕਿ 14 ਥਾਂ 'ਤੇ ਸੈਂਟਰ ਬਣ ਰਹੇ ਆ, ਵੀ ਇੱਕ 15ਵਾਂ ਤੁਸੀਂ ਸੈਂਟਰਲਾਈਜ਼ਡ ਬਣਾ ਦਿਓ ਤਾਂ ਕਿ ਇਹਨਾਂ ਨੂੰ ਥੋੜ੍ਹੀ ਆਸਾਨੀ ਹੋ ਜੇ। ਉਹਦੇ ਲਈ ਜੀ ਮੈਂ ਤੁਹਾਨੂੰ ਸਾਡਾ ਬਚਤ ਭਵਨ ਯੂਜ਼ ਕਰਨ ਦੀ ਆਗਿਆ ਦਿੰਦਾ। ਮੈਂ ਵੀ ਬਚਤ ਭਵਨ ਵਾਲਿਆਂ ਨੂੰ ਚਿੱਠੀ ਕਰ ਦਿਓ। ਉਸ ਦਿਨ ਅਸੀਂ ਕਿਉਂਕਿ ਐਨਕੋਰ ਸਿਸਟਮ ਸਾਡਾ ਇੱਥੇ ਚੱਲ ਹੀ ਰਿਹਾ ਹੈਗਾ, ਔਰ ਚਾਹ ਪਾਣੀ ਦਾ ਮੈਡਮ ਇੰਤਜ਼ਾਮ ਕਰਾ ਦਿਓ। ਇੱਕ ਜਣੇ ਦੀ ਕਿਸੇ ਦੀ ਲਿਖਤੀ ਡਿਊਟੀ ਲਗਾ ਦਿਓ। ਸੋ ਇਫ ਐਨੀ ਮੀਡੀਆ ਪਰਸਨ ਵਾਂਟਸ ਟੂ ਕਮ ਹੇਅਰ ਤਾਂ ਤੁਸੀਂ ਇੱਥੇ ਬੈਠ ਕੇ ਇਹਨਾਂ ਨੂੰ ਜਿਹੜੀ ਇਨਫੋਰਮੇਸ਼ਨ ਸ਼ੇਅਰਿੰਗ ਕਰ ਸਕਦੇ ਹੈਗੇ ਹੋ। ਅੱਛਾ, ਜਿਹੜੀ ਇਹ ਜਿਹੜੇ ਕਾਊਂਟਿੰਗ ਸੈਂਟਰ ਨੇ ਉਹਨਾਂ ਦੀ ਡਿਟੇਲਸ ਜਿਹੜੀ ਹੈਗੀ ਹੈ ਤੁਹਾਨੂੰ DPRO ਸਾਹਿਬ ਦੇ ਦੇਣਗੇ। 14 ਦੇ 14 ਕਾਊਂਟਿੰਗ ਸੈਂਟਰ ਅੱਜ ਮੇਰੇ ਤੇ ਮੇਰੇ ਪੁਲਿਸ ਕਾਊਂਟਰ ਪਾਰਟਸ ਵੱਲੋਂ ਵਿਜ਼ਿਟ ਕਰ ਲਏ ਗਏ ਆ। ਰਾਏਕੋਟ, ਜਗਰਾਓਂ ਔਰ ਜਿਹੜਾ ਦਾਖਾ ਹੈਗਾ ਉਹ SSP ਜਗਰਾਓਂ ਰੂਰਲ, ਉਹਦੀ ਸਿਕਿਉਰਿਟੀ ਦਾ ਜ਼ਿੰਮਾ ਹੋਏਗਾ। ਇਸੇ ਤਰ੍ਹਾਂ ਹੀ ਸਮਰਾਲਾ, ਪਾਇਲ ਔਰ ਤੀਜਾ ਕਿਹੜਾ ਹੈਗਾ ਖੰਨਾ, ਇਹ ਖੰਨਾ SSP ਸਾਹਿਬ ਦੇਖਣਗੇ। ਬਾਕੀ ਕੋਰ ਸਿਟੀ ਦੇ ਜਿਹੜੇ 8 ਕੌਂਸਟੀਚੁਐਂਸੀਜ਼ ਹੈਗੀਆਂ ਨੇ ਉਹ CP ਸਾਹਿਬ ਉਹਦੇ ਬਾਰੇ ਤੁਹਾਨੂੰ ਡਿਟੇਲ ਦੇ ਵਿੱਚ ਦੱਸਣਗੇ ਹੁਣੇ। ਉਸ ਤੋਂ ਇਲਾਵਾ ਇਹ ਹੈਗਾ ਕਿ ਅੰਦਰ ਜਿਹੜੀ ਕਾਊਂਟਿੰਗ ਹੋਣੀ ਹੈ, ਸਭ ਤੋਂ ਪਹਿਲੀ ਪ੍ਰੈਫਰੈਂਸ ਜਿਹੜੀ ਹੈਗੀ ਉਹ ਮਸ਼ੀਨ ਦੇ ਅੰਦਰ ਕਾਊਂਟਿੰਗ ਨੂੰ ਦਿੱਤੀ ਜਾਏਗੀ। ਅਗਰ ਕਿਤੇ ਕੋਈ ਰਿਜ਼ਲਟ ਰਿਟਰੀਵ ਨਹੀਂ ਹੁੰਦਾ ਹੈਗਾ ਤਾਂ ਉਸ ਦੀ ਜਿਹੜੀ VVPAT ਕਾਊਂਟਿੰਗ ਕੀਤੀ ਜਾਏਗੀ। ਇਸ ਤੋਂ ਇਲਾਵਾ ਪੋਲੀਟੀਕਲ ਪਾਰਟੀਜ਼ ਵੱਲੋਂ ਕੋਈ ਖਾਸ ਡਿਮਾਂਡ ਕਰਨ 'ਤੇ ਕਿਸੇ ਖਾਸ ਬੂਥ ਦੀ ਰਿਟਰਨਿੰਗ ਆਫਿਸਰ ਦੀ
ਵਿਵੇਕ ਦੇ ਉੱਪਰ ਫੈਸਲਾ ਹੋਏਗਾ ਕਿ ਕਿਸੇ ਥਾਂ ਦੀ ਵੀਵੀਪੈਟ ਦੀ ਪਰਚੀਆਂ ਦੀ ਕਾਊਂਟਿੰਗ ਹੋਣੀ ਹੈ ਕਿ ਨਹੀਂ ਹੋਣੀ। ਜਦੋਂ ਵੀ ਨਾਰਮਲ ਕਾਊਂਟਿੰਗ ਕੰਪਲੀਟ ਹੋ ਜਾਏਗੀ ਤਾਂ ਅਖੀਰ ਦੇ ਵਿੱਚ ਅਬਜ਼ਰਵਰ ਸਾਹਿਬ ਇੱਕ 5 ਪਰਚੀਆਂ ਚੁੱਕਣਗੇ ਰੈਂਡਮ। ਸੋ 5 ਬੂਥ ਕੋਈ ਵੀ ਉਹਨਾਂ ਦੀਆਂ ਵੀਵੀਪੈਟ ਪਰਚੀਆਂ ਨੂੰ ਗਿਣ ਕੇ ਇਹ ਮਿਲਾਨ ਕੀਤਾ ਜਾਵੇਗਾ ਕਿ ਕੀ ਈਵੀਐਮ ਦੇ ਵਿੱਚ ਜੋ ਵੋਟਾਂ ਪਈਆਂ ਨੇ ਉਹ ਪਰਚੀਆਂ ਦੇ ਮੁਤਾਬਕ ਵੀ ਵੋਟਾਂ ਉਸ ਤਰ੍ਹਾਂ ਹੀ ਨਹੀਂ ਕਿ ਉਹਨਾਂ 'ਚ ਕੋਈ ਫ਼ਰਕ ਹੈ, ਫ਼ਰਕ ਨਹੀਂ ਆਏਗਾ। ਉਹ ਹਰ ਵਾਰ ਇਹ ਚੀਜ਼ ਹੁੰਦੀ ਹੈ। ਇਸ ਤੋਂ ਇਲਾਵਾ ਇਹ ਜਿਹੜੀਆਂ ਵੀਵੀਪੈਟਸ ਨੇ ਔਰ ਈਵੀਐਮਸ ਨੇ, ਇਹਨਾਂ ਨੂੰ ਬੈਟਰੀਜ਼ ਉੱਥੇ ਰਿਮੂਵ ਕਰਕੇ ਤਾਂ ਕਿ ਕੋਈ ਸੈੱਲ ਨਾ ਲੀਕ ਹੋਣ। ਜਿੱਥੇ ਹੈਗੀਆਂ ਨੇ ਉਸੇ ਸਟਰੋਂਗ ਰੂਮ ਦੇ ਵਿੱਚ ਕੱਲ੍ਹ ਕਾਊਂਟਿੰਗ ਤੋਂ ਬਾਅਦ ਇਹਨਾਂ ਨੂੰ ਸੀਲ ਕਰ ਦਿੱਤਾ ਜਾਵੇਗਾ। ਅਗਲੇ 45 ਦਿਨ ਇਹ ਸੀਲਡ ਰਹਿਣਗੀਆਂ, ਜੋ ਕਿ ਇਲੈਕਸ਼ਨ ਪਟੀਸ਼ਨ ਦਾ ਪੀਰੀਅਡ ਹੈ। ਕੀ ਪਤਾ ਜੇ ਕੋਈ ਬੰਦਾ ਇਲੈਕਸ਼ਨ ਪਟੀਸ਼ਨ ਪਾਉਂਦਾ ਤਾਂ ਕਿ ਇਹਨਾਂ ਨੂੰ ਸੇਵਿੰਗ ਔਰ ਸੁਰੱਖਿਅਤ ਰੱਖਿਆ ਜਾ ਸਕੇ। ਸਾਰੇ ਰਿਟਰਨਿੰਗ ਆਫਿਸਰਸ ਔਰ ਸਟਾਫ ਦੀ ਜਿਹੜੀ ਮੈਨੀ ਰਾਊਂਡਸ ਆਫ ਟ੍ਰੇਨਿੰਗ ਹੋ ਚੁੱਕੀ ਹੈ। ਇਸ ਤੋਂ ਇਲਾਵਾ ਜਿਹੜੇ ਸਟਾਫ ਨੂੰ ਅਸੀਂ ਕਾਊਂਟਿੰਗ ਤੇ ਲਗਾਇਆ ਉਹਨਾਂ ਦੀ ਇੱਕ ਟ੍ਰੇਨਿੰਗ ਫਸਟ ਰੈਂਡਮਾਈਜੇਸ਼ਨ ਅਸੀਂ 23 ਫਰਵਰੀ ਨੂੰ ਕਰਤੀ ਸੀ। ਇਹਨਾਂ ਦੀ ਪਹਿਲੀ ਟ੍ਰੇਨਿੰਗ 3 ਤਰੀਕ ਨੂੰ ਹੋਈ ਹੈ, ਦੂਜੀ ਟ੍ਰੇਨਿੰਗ ਕੱਲ੍ਹ ਸਵੇਰੇ 9 ਵਜੇ 9 ਤਰੀਕ ਨੂੰ ਹੋਣੀ ਹੈ। ਔਰ ਉਸ ਤੋਂ ਇਲਾਵਾ ਇਹਨਾਂ ਦੀ ਜਿਹੜੀ ਥਰਡ ਰੈਂਡਮਾਈਜੇਸ਼ਨ, ਇੱਕ ਸੈਕੰਡ ਰੈਂਡਮਾਈਜੇਸ਼ਨ ਤਾਂ ਅੱਜ ਹੀ 5 ਵਜੇ ਹੋਣੀ ਹੈ, ਥਰਡ ਰੈਂਡਮਾਈਜੇਸ਼ਨ 10 ਤਰੀਕ ਨੂੰ ਤੜਕੇ 5 ਵਜੇ ਕੀਤੀ ਜਾਵੇਗੀ। ਉਸ ਰੈਂਡਮਾਈਜੇਸ਼ਨ ਦੇ ਵਿੱਚ ਇਹ ਗੱਲ ਪਤਾ ਲੱਗੇਗੀ ਕਿ ਕਿਹੜਾ ਬੰਦਾ ਕਿਹੜੇ ਟੇਬਲ ਤੇ ਬੈਠੇਗਾ। ਅਜੇ ਇਸ ਗੱਲ ਦਾ ਵੀ ਕਿਸੇ ਨੂੰ ਆਈਡੀਆ ਨਹੀਂ ਕਿ ਕਿਹੜਾ ਬੰਦਾ ਕਿਸ ਟੇਬਲ ਤੇ ਇਸ ਤੇ ਬੈਠੇਗਾ। ਇਸ ਤੋਂ ਇਲਾਵਾ ਇਹ ਹੈ ਕਿ 100 ਮੀਟਰ ਜਿਹੜੀ ਦੂਰੀ ਹੈਗੀ ਹੈ ਉਹ ਪੈਡੈਸਟਰੀਅਨ ਜ਼ੋਨ ਘੋਸ਼ਿਤ ਕੀਤੀ ਗਈ ਹੈ ਬਿਲਡਿੰਗ ਦੇ ਬਾਹਰ। ਜਿੱਥੇ ਵੀ ਪੁਲਿਸ ਦੇ ਜੋ ਇੰਤਜ਼ਾਮਾਤ ਨੇ ਸੀਪੀ ਸਾਹਿਬ ਤੁਹਾਨੂੰ ਦੱਸਣਗੇ, ਪਲੀਜ਼ ਬੀਅਰ ਵੀ ਦੱਸ। ਉਸ ਤੋਂ ਬਿਯੋਂਡ ਜਿਹੜਾ ਹੈਗਾ ਕੋਈ ਵੀ ਕਿਸੇ ਨੂੰ ਵੀ ਪੈਦਲ ਉਸ 'ਚ ਜਾਣਾ ਪਏਗਾ। ਔਰ ਕੈਮਰਾਜ਼ ਵਗੈਰਾ ਬਾਰੇ ਮੈਂ ਤੁਹਾਨੂੰ ਪਹਿਲਾਂ ਹੀ ਦੱਸ ਚੁੱਕਿਆ। ਇੱਕ ਸੂਓ ਮੋਟੋ ਮੈਂ ਹੋਰ ਗੱਲ ਦੱਸਣਾ ਚਾਹੁੰਦਾ। ਕੱਲ੍ਹ ਮੈਨੂੰ ਕੁਝ ਮੀਡੀਆ ਪਰਸਨਸ ਦੇ ਫੋਨ ਆਏ, ਕੁਝ ਲੋਕਾਂ ਨੇ ਜਿਹੜੀ ਹੈਗੀ ਹੈ ਇਸ ਤਰ੍ਹਾਂ ਦੀ ਕੁਝ ਗੱਲ ਕੀਤੀ ਹੈ ਕਿ ਸਾਨੂੰ ਪੋਸਟਲ ਬੈਲਟ ਨਹੀਂ ਮਿਲੇ। ਪੋਸਟਲ ਬੈਲਟ ਇੱਕ ਬੜੀ ਸਪੈਸ਼ਲ ਕਿਸਮ ਦੀ ਫੈਸਿਲਿਟੀ ਹੈ, ਸਪੈਸ਼ਲ ਕੈਟਾਗਰੀਜ਼ ਦੇ ਲੋਕਾਂ ਨੂੰ ਮਿਲਦੀ ਹੈ। ਤੁਹਾਨੂੰ ਪਤਾ ਹੈ ਕਿ ਜਾਂ ਤਾਂ PWD ਵੋਟਰਸ ਜਿਹੜੇ ਮਾਰਕ ਹੁੰਦੇ ਨੇ ਜਾਂ ਫਿਰ ਜਿਹੜੇ 80+ ਵੋਟਰਸ ਨੇ। ਇਸ ਤਰ੍ਹਾਂ ਦੀ ਕੁਝ ਸ਼ਿਕਾਇਤਾਂ ਕੁਝ ਮੁਲਾਜ਼ਮਾਂ ਵੱਲੋਂ ਕੀਤੀਆਂ ਗਈਆਂ। ਮੁਲਾਜ਼ਮਾਂ ਦੇ ਵਿੱਚ ਇੱਕ ਸ਼ਰਤ ਹੈ, RO ਹੈਂਡਬੁੱਕ ਦੇ ਵਿੱਚ ਅੰਡਰਲਾਈਨ ਕਰਕੇ ਇਹ ਗੱਲ ਲਿਖੀ ਗਈ ਹੈ ਕਿ ਕੋਈ ਵੀ ਪੋਸਟਲ ਬੈਲਟ ਦੇਣ ਤੋਂ ਪਹਿਲਾਂ ਇਹ ਸੁਨਿਸ਼ਚਿਤ ਕਰ ਲਿਆ ਜਾਵੇ ਕਿ ਹੈਜ਼ ਦਾ ਪਰਸਨ ਬੀਨ ਡਰਾਫਟਡ ਫॉर ਦਾ ਇਲੈਕਸ਼ਨ ਡਿਊਟੀ। ਜਦੋਂ ਇਹ ਪ੍ਰੂਫ ਇਨ ਦਾ ਫਾਰਮ ਆਫ ਅ ਡਿਊਟੀ ਆਰਡਰ ਨਾਲ ਲੱਗਦਾ, ਇਹ ਨਹੀਂ ਹੈ ਵੀ ਜਿਹੜਾ ਬੰਦਾ ਮਰਜੀ ਮੂੰਹ ਚੁੱਕ ਕੇ ਜਿਹੜਾ ਹੈਗਾ ਪੋਸਟਲ ਬੈਲਟ ਲੈ ਕੇ, ਤਾਂ ਫਿਰ ਕੋਈ ਬੰਦਾ ਜਾਣਾ ਹੀ ਨਹੀਂ ਚਾਹੂਗਾ ਬੂਥ ਤੇ, ਹਰ ਕੋਈ ਪੋਸਟਲ ਬੈਲਟ ਲੈ ਲੂਗਾ। ਅਸਲ ਸੀਕ੍ਰੇਸੀ ਉੱਥੇ ਹੁੰਦੀ ਹੈ। ਪੋਸਟਲ ਬੈਲਟ ਦੇ ਲਈ ਆਪਣਾ ਡਿਊਟੀ ਆਰਡਰ ਲਗਾਉਣਾ ਜ਼ਰੂਰੀ ਹੁੰਦਾ। ਅਸੀਂ ਇੱਕ ਦੋ ਜਿਹੜੀਆਂ ਇੱਦਾਂ ਦੀਆਂ ਸ਼ਿਕਾਇਤਾਂ ਆਈਆਂ ਸੀ ਉਹਨਾਂ ਦੀ ਇਨਕੁਆਇਰੀ ਕਰਾਈ ਹੈ। ਇਹ ਬੰਦੇ ਜਿਹੜੇ ਹੈਗੇ ਇਹਨਾਂ ਨੇ ਜਿਸ ਵੇਲੇ ਫਾਰਮ ਭਰਿਆ, ਕੋਈ ਇਹਨਾਂ ਨੇ ਨਾਲ ਆਪਣੀ ਇਲੈਕਸ਼ਨ ਡਿਊਟੀ ਦੇ ਆਰਡਰ ਨਹੀਂ ਲਗਾਏ। ਜਦੋਂ ਇਲੈਕਸ਼ਨ ਡਿਊਟੀ ਦੇ ਆਰਡਰ ਨਹੀਂ ਲੱਗੇ ਹੁੰਦੇ ਤਾਂ ਉਸ ਬੰਦੇ ਨੂੰ ਪੋਸਟਲ ਬੈਲਟ ਜਾਰੀ ਕਰਨ ਦੀ ਕੋਈ ਇਸ ਤਰ੍ਹਾਂ ਦਾ ਪ੍ਰਾਵਧਾਨ ਨਹੀਂ ਹੈਗਾ। ਵੈਸੇ ਵੀ ਜਿਹੜੇ ਪੋਸਟਲ ਬੈਲਟ ਹੁੰਦੇ ਨੇ ਉਹ ਐਕਚੁਅਲ ਵੋਟਿੰਗ ਡੇ ਤੋਂ ਪਹਿਲਾਂ ਜਾਰੀ ਕੀਤੇ ਜਾ ਸਕਦੇ ਨੇ। ਉਹਦਾ ਇੱਕ ਟੈਕਨੀਕਲ ਰੀਜ਼ਨ ਹੈ ਕਿ 19 ਤਰੀਕ ਨੂੰ ਜਦੋਂ ਸਮਾਨ ਜਾਰੀ ਹੋਣਾ ਹੁੰਦਾ, ਉਸ ਵੇਲੇ ਅਸੀਂ PB ਲਿਖ ਕੇ ਭੇਜਦੇ ਹਾਂ ਕਿ ਇਸ ਬੰਦੇ ਨੂੰ ਪੋਸਟਲ ਬੈਲਟ ਹੋ ਗਿਆ ਔਰ ਇਸ ਬੰਦੇ ਦੀ ਅਸਲ ਵੋਟ ਨਾ ਪਵਾਈ ਜਾਵੇ। ਇਸ ਕਰਕੇ ਜਦੋਂ ਪੋਲਿੰਗ ਪਾਰਟੀਜ਼ ਉਹ ਜਿਹੜੀ ਮਾਰਕਡ ਸੂਚੀ ਉਹਨੂੰ ਕਹਿੰਦੇ ਆ, ਉਹ ਲੈ ਕੇ ਜਦੋਂ ਚਲੀਆਂ ਗਈਆਂ 19 ਫਰਵਰੀ ਨੂੰ, ਉਸ ਤੋਂ ਬਾਅਦ ਕਿਸੇ ਨੂੰ ਵੀ ਪੋਸਟਲ ਬੈਲਟ ਜਾਰੀ ਕਰਨਾ ਇਲੀਗਲ ਹੈ ਔਰ ਨਾ ਹੀ 19 ਤਰੀਕ ਤੋਂ ਬਾਅਦ ਕੋਈ ਜਾਰੀ ਕੀਤਾ ਜਾ ਸਕਦਾ। ਹਾਂ, 19 ਤਰੀਕ ਤੋਂ ਪਹਿਲਾਂ ਜਾਰੀ ਹੋ ਕੇ ਪੋਸਟਲ ਬੈਲਟ ਕਿਸੇ ਨੂੰ ਬਾਈ ਪੋਸਟ ਹੋ ਸਕਦਾ 19 ਤੋਂ ਬਾਅਦ ਮਿਲਿਆ ਹੋਏ, ਉਸ ਬੰਦੇ ਨੂੰ ਇਹ ਰਾਈਟ ਹੈ ਕਿ 10 ਤਰੀਕ ਨੂੰ 8 ਵਜੇ ਤੋਂ ਪਹਿਲਾਂ ਕਾਊਂਟਿੰਗ ਸੈਂਟਰ ਤੱਕ ਉਹ ਪੁੱਜਦਾ ਕਰ ਸਕਦਾ ਹੈ। ਪਰ ਜੇ ਕੋਈ ਇਸ ਭੁਲੇਖੇ 'ਚ ਬੈਠੇ ਹੈ ਕਿ ਵੀ ਹੁਣ ਵੀ ਉਹਨੂੰ ਪੋਸਟਲ ਬੈਲਟ ਜਾਰੀ ਹੋ ਜਾਊਗਾ, ਤਾਂ ਇਦਾਂ ਦਾ ਨਾ ਕੋਈ ਪ੍ਰਾਵਧਾਨ ਹੈ, ਨਾ ਹੀ ਅਸੀਂ ਆਪਣੇ ਤੌਰ ਤੇ ਕਰ ਸਕਦੇ ਹਾਂ। ਪਹਿਲਾਂ ਹੁਣ ਤੱਕ ਜਿਵੇਂ ਅਸੀਂ ਇਲੈਕਸ਼ਨ ਪ੍ਰੋਸੈਸ ਨੂੰ ਪੂਰਾ ਸਮੂਥ ਤੇ ਵਧੀਆ ਚਲਾਇਆ, ਇਸ ਲਈ ਅਸੀਂ ਪਰਸੋਂ ਦੀ ਵੀ ਤਿਆਰੀ ਅੱਛੀ ਕੀਤੀ ਹੋਈ ਹੈ। ਉਸ ਦਿਨ ਲਾਅ ਐਂਡ ਆਰਡਰ ਨੂੰ ਮੇਨਟੇਨ ਕਰਨ ਦੇ ਲਈ ਅਸੀਂ ਡਰਾਈ ਡੇ ਵੀ ਘੋਸ਼ਿਤ ਕੀਤਾ ਹੈ। 10 ਤਰੀਕ ਵਾਲੇ ਦਿਨ ਮਿਡਨਾਈਟ ਤੋਂ ਲੈ ਕੇ ਮਿਡਨਾਈਟ ਤੱਕ 24 ਘੰਟੇ ਜਿਹੜਾ ਹੈਗਾ ਡਰਾਈ ਡੇ ਰਹੇਗਾ ਔਰ ਪੂਰੀ ਤਰ੍ਹਾਂ ਅਮਨ ਕਾਨੂੰਨ ਸ਼ਾਂਤੀ ਉਹਨੂੰ ਬਾਹਰ ਰੱਖਿਆ ਜਾਏਗਾ। ਔਰ ਵੋਟਾਂ ਦੀ ਜਿਹੜੀ ਪ੍ਰਕਿਰਿਆ ਹੈਗੀ ਉਹ ਬਿਲਕੁਲ ਤਟਸਥ ਨਿਊਟਰਲ ਤਰੀਕੇ ਨਾਲ ਕੀਤੀ ਜਾਏਗੀ ਤਾਂ ਕਿ ਸਾਰਿਆਂ ਨੂੰ ਬਰਾਬਰ ਨਿਆਂ ਮਿਲ ਸਕੇ ਔਰ ਜੋ ਲੋਕਾਂ ਦਾ ਮੈਂਡੇਟ EVMs ਦੇ ਅੰਦਰ
ਪਹਿਲਾਂ ਹੀ ਦਰਜ ਹੋ ਚੁੱਕਿਆ, ਉਹ ਤੁਹਾਡੇ ਸਾਹਮਣੇ ਲਿਆਂਦਾ ਜਾ ਸਕੇ। ਹੁਣ ਓਵਰ ਟੂ ਸੀਪੀ ਸਾਹਿਬ, ਉਹ ਲਾਅ ਐਂਡ ਆਰਡਰ। ਹਾਂ, ਜਿਹੜੀਆਂ 8 ਬਿਲਡਿੰਗਸ ਦੇ ਅੰਦਰ ਕਾਊਂਟਿੰਗ ਹੋਣੀ ਹੈ, ਉਹਨਾਂ ਦੇ ਵਿੱਚ 10 ਤਰੀਕ ਨੂੰ ਕੋਈ ਵੀ ਟੀਚਿੰਗ, ਨਾਨ ਟੀਚਿੰਗ ਜਾਂ ਹੋਰ ਸਟਾਫ ਨਹੀਂ ਆਏਗਾ। ਉਹ ਅਸੀਂ ਆਲਰੇਡੀ ਆਰਡਰ ਕਰਕੇ ਉਹਨਾਂ 8 ਸੰਸਥਾਵਾਂ ਦੇ ਵਿੱਚ ਛੁੱਟੀ ਘੋਸ਼ਿਤ ਕਰਨ ਦਾ ਆਰਡਰ ਜਾਰੀ ਕਰ ਦਿੱਤਾ ਹੈ। ਥੈਂਕ ਯੂ ਵੈਰੀ ਮੱਚ। ਸਾਰਿਆਂ ਨੂੰ ਬੜਾ ਗੁੱਡ ਆਫਟਰਨੂਨ ਜੀ। ਡੀ ਸਾਹਿਬ ਨੇ ਤੁਹਾਨੂੰ ਸਾਰਾ ਵਿਸਥਾਰਪੂਰਵਕ ਸਾਰੀ ਬਰੀਫਿੰਗ ਕਰ ਦਿੱਤੀ ਹੈ। ਜਿਹੜਾ ਸਿਕਿਉਰਿਟੀ ਦੇ ਨਾਲ ਰਿਲੇਟਡ ਮਸਲੇ ਹੈਗੇ, ਉਹਦੇ 'ਚ ਸਭ ਤੋਂ ਇੰਪੋਰਟੈਂਟ ਤਾਂ ਹੈਗਾ ਕਿ ਜਿਹੜਾ ਪ੍ਰੈਮਿਸਿਸ ਹੈ ਜਿੱਥੇ ਕਾਊਂਟਿੰਗ ਹੋਣੀ ਹੈ, ਜੋ ECI ਦੀ ਗਾਈਡਲਾਈਨ ਐਟਲੀਸਟ 100 ਮੀਟਰਸ ਉਸ ਪ੍ਰੈਮਿਸਿਸ ਤੋਂ ਨੇੜੇ ਪਾਰਕਿੰਗ ਨਹੀਂ ਹੋ ਸਕਦੀ। ਸੋ ਸਾਰੀਆਂ ਅਸੀਂ ਪਲੇਸਿਸ ਈਅਰਮਾਰਕ ਕੀਤੀਆਂ ਹੋਈਆਂ, ਔਰ ਉੱਥੇ ROs ਨੂੰ ਤੇ ਲੋਕਲ DSP ਸਾਹਿਬਾਨ ਨੂੰ, ACPs ਨੂੰ ਅਸੀਂ ਕਹਿ ਕੇ ਆਏ ਹਾਂ ਕਿ ਉੱਥੇ ਸਾਈਨੇਜ ਹੋਏਗਾ ਔਰ ਵੈਲ ਡਿਜ਼ਾਈਨਡ ਪਾਰਕਿੰਗ ਦਿੱਤੀ ਜਾਊਗੀ। ਪਾਰਕਿੰਗ ਦਾ ਸਿਕਿਉਰਿਟੀ ਅਰੇਂਜਮੈਂਟ ਵੀ ਅਸੀਂ ਅਲੱਗ ਕਰ ਰਹੇ ਹਾਂ। ਉਸ ਤੋਂ ਇਲਾਵਾ ਜਿਹੜੀ ਮੇਨ ਰੋਡ ਹੈ, ਜਿੱਥੇ 3rd ਟੀਅਰ ਦੇ ਬਾਹਰ ਮਤਲਬ ਮੇਨ ਰੋਡ ਹੀ ਆ ਜਾਂਦੀ ਹੈ, ਜਿਵੇਂ 2-3 ਆਪਣੇ ਕਾਲਜ ਰੋਡ ਦੇ ਉੱਤੇ ਹੈਗੇ ਆ ਕਾਊਂਟਿੰਗ ਸੈਂਟਰ, ਉੱਥੇ ਅਸੀਂ ਪਲਾਨ ਇਹ ਕੀਤਾ ਕਿ ਉਹਨੂੰ ਉਸ ਥੋੜ੍ਹੀ ਦੇਰ ਵਾਸਤੇ ਟ੍ਰੈਫਿਕ ਡਾਇਵਰਸ਼ਨ ਦੇਣੀ ਪਏਗੀ। ECI ਗਾਈਡਲਾਈਨਸ ਬੜੀਆਂ ਕਲੀਅਰ ਹੈ ਕਿ ਉੱਥੇ ਆ ਕੇ ਮਤਲਬ ਇਹੋ ਜਿਹਾ ਕੋਈ ਰੋਡ ਬਲੌਕ ਨਾ ਹੋ ਜਾਏ, ਕੋਈ ਚੀਜ਼ ਰੁਕ ਨਾ ਜਾਵੇ। ਤਾਂ ਉਹਦੇ 'ਚ ਉਹ ਮੈਂ ਆਲਰੇਡੀ ਟ੍ਰੈਫਿਕ ਵਾਲਿਆਂ ਨੂੰ ਕਹਿ ਦਿੱਤਾ, ਅਸੀਂ ਤੁਹਾਨੂੰ ਉਹ ਵੀ ਜਾਰੀ ਵੀ ਕਰ ਦਿਆਂਗੇ ਕੱਲ੍ਹ ਤੱਕ, ਕੋਸ਼ਿਸ਼ ਕਰਦੇ ਹਾਂ ਸ਼ਾਮ ਨੂੰ ਹੀ, ਕਿ ਵਾਟ ਵਿਲ ਬੀ ਦ ਡਾਇਵਰਸ਼ਨ ਪਲਾਨ ਫॉर दैट। ਦੂਜਾ ਇਹਦੇ 'ਚ ਮੇਨ ਗੱਲ ਹੈਗੀ ਹੈ ਕਿ ਜਿਹੜੇ ਅੰਦਰ ਜਾਣ ਵਾਸਤੇ ਫ੍ਰਿਸਕਿੰਗ ਦਾ ਹੈ। ਦੇਖੋ 3 ਟੀਅਰ ਸਿਸਟਮ ਹੈ, ਡਿਸਟ੍ਰਿਕਟ ਪੁਲਿਸ ਵੀ ਫ੍ਰਿਸਕ ਕਰੇਗੀ ਜਿਵੇਂ ਗੇਟ ਵਗੈਰਾ ਦੇ ਉੱਤੇ, ਔਰ ਚੈੱਕ ਵੀ ਕਰੇਗੀ। ਆਥੋਰਾਈਜ਼ ਪਰਸਨ ਹੀ ਅੰਦਰ ਜਾ ਸਕਣਗੇ, ਜਿਵੇਂ ਮੀਡੀਆ ਵਾਸਤੇ ਤੁਹਾਨੂੰ ਪਹਿਲਾਂ ਹੀ ਦੱਸਿਆ, ਉਹੀ ਲੋਕ ਜਿਹੜੇ ਜਾ ਸਕਦੇ ਨੇ, ਅਲਾਊਡ ਨੇ ਐਜ਼ ਪਰ ECI ਯੈਲੋ ਕਾਰਡ ਤੱਕ, ਉਹ ਜਾਣਗੇ। ਉਹਨਾਂ ਬਾਰੇ ਅਸੀਂ ਸਰਕੂਲੇਟ ਕਰ ਦਿੱਤਾ ਹੈ। DPRO ਸਾਹਿਬ ਦੇ ਵੀ ਉੱਥੇ ਨੁਮਾਇੰਦੇ ਇਹਨਾਂ ਨੇ ਮੈਨੂੰ ਦੱਸਿਆ ਹੋਣਗੇ। ਸੋ ਇਟ ਵਿਲ ਬੀ, ਇਹਨਾਂ ਨਾਲ ਕੋਆਰਡੀਨੇਸ਼ਨ ਪੂਰਾ ਹੋਏਗਾ, ਕੋਈ ਦਿੱਕਤ ਨਹੀਂ ਆਪਾਂ ਨੂੰ ਆਏਗੀ। ਦੂਜਾ 2nd ਟੀਅਰ ਹੈਗਾ ਸਟੇਟ ਆਰਮਡ ਪੁਲਿਸ ਦਾ, ਉੱਥੇ ਵੀ ਫ੍ਰਿਸਕਿੰਗ ਹੋਏਗੀ। ਉੱਥੇ ਵੂਮਨ ਸਟਾਫ ਵੀ ਜਿਹੜਾ ਨਾਲ ਅਸੀਂ ਉਹਨਾਂ ਨੂੰ ਮੁਹੱਈਆ ਕਰਾ ਰਹੇ ਹਾਂ ਐਜ਼ ਪਰ ECI ਗਾਈਡਲਾਈਨਸ। 3rd ਤਾਂ ਨੈਚੁਰਲੀ ਜਿਹੜਾ ਪੈਰਾਮਿਲਟਰੀ CAPF ਜਿਹਨੂੰ ਕਹਿੰਦੇ ਆ, ਉਹ ਉਹਨਾਂ ਦਾ ਤਾਂ ਉੱਥੇ ਹੈਗਾ ਹੀ ਹੈ। ਮੇਨ ਜਿਹੜਾ ਇਹਦੇ 'ਚ ਹੋਰ ਦੂਸਰਾ ਗੱਲ ਹੈ ਕਿ ਜਿਹੜਾ ਰਸਤਾ ਹੈਗਾ EVM ਦਾ, ਮੈਂ ਤੇ DC ਸਾਹਿਬ ਨੇ ਜਾ ਕੇ ਹਰੇਕ ਕਾਊਂਟਿੰਗ ਸੈਂਟਰ ਦੇਖਿਆ ਕਿ EVM ਦੀ ਇੰਟਰਫੇਰੈਂਸ ਨਹੀਂ ਹੋਣੀ ਚਾਹੀਦੀ, ਚਾਹੇ ਉਹ ਕਾਊਂਟਿੰਗ ਸਟਾਫ ਹੈ ਜਾਂ ਕੋਈ ਹੋਰ ਨੇ। ਸੋ ਉਹਨੂੰ ਬੈਸਟ ਪੋਸੀਬਲ ਐਜ਼ ਪਰ ਲੋਕੇਸ਼ਨ ਸਾਰਾ ROs ਦੇ ਨਾਲ ਤੇ ਲੋਕਲ ਅਫਸਰ ਨੇ ਕਰ ਦਿੱਤਾ। ਪੁਲਿਸ ਦੀ ਤੁਹਾਨੂੰ ਪਤਾ ਹੀ ਹੈ, ਐਂਟਰੀ ਇਜ਼ ਨਾਟ ਅਲਾਊਡ ਅੰਦਰ ਕਾਊਂਟਿੰਗ ਸੈਂਟਰ ਦੇ। ਉਹ ਸਿਰਫ ਜਦੋਂ RO ਸਾਹਿਬ ਰੈਕੁਜੀਸ਼ਨ ਕਰਨਗੇ ਉਦੋਂ ਹੀ ਜਾਣਾ ਆਪਾਂ। ਉਸ ਤੋਂ ਇਲਾਵਾ ਜਿਹੜੇ ਸਾਡੇ ਆਫਿਸਰਸ ਨੇ, ਉਹਨਾਂ ਨੂੰ ਅਸੀਂ DCP ਲੈਵਲ ਜਾਂ ਜੁਆਇੰਟ CP ਲੈਵਲ ਦੇ ਆਫਿਸਰ ਨੂੰ 2-2 ਕਾਊਂਟਿੰਗ ਸੈਂਟਰ, ਜਿਵੇਂ ਅੱਗੇ ਅਸੀਂ ਈਅਰਮਾਰਕ ਕੀਤੀਆਂ ਸੀਗੀਆਂ 2-2 ਕੌਂਸਟੀਟੂਐਂਸੀ, ਇਸ ਤਰ੍ਹਾਂ ਹੀ ਉਹਨਾਂ ਨੂੰ ਦਿੱਤੀਆਂ ਹੋਈਆਂ ਉਸੇ ਤਰੀਕੇ ਨਾਲ। ਉਸ ਤੋਂ ਇਲਾਵਾ ਉਹਨਾਂ ਦੇ ਥੱਲੇ ADCP ਸਾਹਿਬਾਨ ਨੇ, ACP ਸਾਹਿਬਾਨ ਨੇ, ਜਿਹੜੇ ਸਾਡੇ ਕੋਲ ਐਕਸਟਰਾ ਇੰਸਪੈਕਟਰ, ਸਬ ਇੰਸਪੈਕਟਰ ਨੇ, ਉਹ ਸਾਰਾ ਅਸੀਂ ਜੋ ਡਿਊਰਿੰਗ ਇਲੈਕਸ਼ਨਸ ਪੋਲਿੰਗ ਵਾਲੇ ਦਿਨ ਅਰੇਂਜਮੈਂਟ ਸੀ, ਉਸੇ ਤਰ੍ਹਾਂ ਇੱਦਾਂ ਹੀ ਹੋਣਗੇ। ਲਾਅ ਐਂਡ ਆਰਡਰ ਕੰਪੋਨੈਂਟ ਅਸੀਂ ਲੱਗ ਰੱਖਿਆ। ਔਰ ਉਸ ਤੋਂ ਬਾਅਦ ਜਿਹੜਾ ਵਿਕਟਰੀ ਪ੍ਰੋਸੈਸ਼ਨ ਜਾਂ ਕੋਈ ਇਹੋ ਜਿਹਾ ਪ੍ਰੋਸੈਸ਼ਨ ਉੱਥੇ ਅਲਾਊਡ ਹੀ ਨਹੀਂ ਹੈ ਕਾਊਂਟਿੰਗ ਸੈਂਟਰ ਤੋਂ। ਔਰ ਦੂਸਰੀ ਗੱਲ ਇਹ ਹੈ ਕਿ ਜਦੋਂ ਉਸ ਤੋਂ ਬਾਅਦ ਕੋਈ ਵਿਕਟਰੀ ਪ੍ਰੋਸੈਸ਼ਨ ਕੱਢਦਾ ਵੀ ਹੈ, ਅਸੀਂ ਸਾਰਾ ਰਿਕੁਐਸਟ ROs ਨੂੰ ਅੱਜ ਡੀ ਸਾਹਿਬ ਨੇ ਬੁਲਾਇਆ, ਉਸ 'ਚ ਪੁਲਿਸ ਵਾਲੇ ਵੀ ਬੁਲਾਏ ਹੈ। ਅਸੀਂ ਵੀਡੀਓਗ੍ਰਾਫੀ ਉਹਦੀ ਸਾਰੀ ਕਰਾਉਣੀ ਮੈਂਡੇਟਰੀ ਹੈ, ਕਿਉਂਕਿ ਉਹਦੇ 'ਚ ਜਿਹੜਾ ਖਰਚਾ ਹੈਗਾ, ਉਹ ਕੋਈ ਵੀ ਚੀਜ਼ ਜਿਹੜੀ ਯੂਜ਼ ਕਰਦਾ ਉਹ ਖਰਚੇ ਦੇ ਵਿੱਚ ਪਏਗਾ। ਸੋ ਪੋਲੀਟੀਕਲ ਪਾਰਟੀਜ਼ ਨੂੰ ਨੈਚੁਰਲੀ ਇਸ ਬਾਰੇ ਪਹਿਲਾਂ ਹੀ ਅਵੇਅਰ ਹੋਣਗੀਆਂ, ਪਰ ਤੁਹਾਡੇ ਨਾਲ ਵੀ ਸ਼ੇਅਰ ਕਰਨਾ ਬੜਾ ਜ਼ਰੂਰੀ ਹੈ। ਉੱਥੇ ਕੋਈ ਲੜਾਈ ਝਗੜਾ ਨਾ ਹੋਵੇ, ਉਸ ਵਾਸਤੇ ਵੀ ਅਸੀਂ ਸਾਰਾ ਅਰੇਂਜਮੈਂਟ, ਜਿਵੇਂ ਪੋਲਿੰਗ ਡੇ ਵਾਲੇ ਸੀ, ਤਕਰੀਬਨ ਉਹੀ ਸਾਰਾ ਕਰ ਰਹੇ ਹਾਂ। ਪੈਰਾਮਿਲਟਰੀ ਦੀਆਂ ਆਪਣੇ ਕੋਲ 3 ਕੰਪਨੀਆਂ ਤਾਂ ਜਿਹੜੀਆਂ ਆਲਰੇਡੀ ਲੱਗੀਆਂ ਹੋਈਆਂ 8 ਸਟਰੋਂਗ ਰੂਮਸ ਦੇ ਉੱਤੇ। ਉਸ ਤੋਂ ਇਲਾਵਾ ਇੱਕ ਸਾਡੇ ਕੋਲ ITBP ਦੀ ਕੰਪਨੀ ਹੈ, ਉਹਨੂੰ ਵੀ ECI ਦੀ ਗਾਈਡਲਾਈਨਸ ਦੇ ਮੁਤਾਬਕ ਆਪਾਂ ਐਕਟਿਵ ਅਕਾਊਂਟਿੰਗ ਡਿਊਟੀ 'ਤੇ ਹੀ ਲਾਵਾਂਗੇ। ਉੱਥੇ ਉਹਦੀ ਡਿਪਲੋਇਮੈਂਟ ਅਸੀਂ ਉਸ ਹਿਸਾਬ ਨਾਲ ਹੀ ਕੀਤੀ ਜਾ ਰਹੀ ਹੈ, ਸੋ ਦੈਟ ਉਹ ਰਿਜ਼ਰਵ ਨਾ ਰਹੇ, ਕੋਈ ਨੇੜੇ ਨਾਕਾ ਲੱਗ ਜਾਏਗਾ ਜਾਂ ਕੋਈ ਇਹੋ ਜਿਹੀ ਚੀਜ਼ ਹੋਏਗੀ, ਬਿਲਕੁਲ ਕਾਊਂਟਿੰਗ ਸੈਂਟਰ ਨੂੰ ਪ੍ਰੋਟੈਕਟ ਕਰਨ ਵਾਸਤੇ। ਸੋ ਉਹਦੇ 'ਚ ਜਿਹੜੇ ਇੱਕ ਇੰਪੋਰਟੈਂਟ ਗੱਲ ਹੋਰ ਹੈ ਕਿ ECI ਦੀ ਗਾਈਡਲਾਈਨਸ ਮੁਤਾਬਕ ਇੱਕ ਮੈਜਿਸਟ੍ਰੇਟ ਜਿਹੜਾ
ਉਹ ਬਾਹਰਲੇ 3rd ਟੀਅਰ ਤੇ 2nd ਟੀਅਰ ਦੇ ਵਿੱਚ ਮੁਹੱਈਆ ਕਰਾਉਣਾ। ਡੀ ਸਾਹਿਬ ਨੇ ਆਲਰੇਡੀ ਉਹਦੇ ਬਾਰੇ ਆਰਡਰ ਕਰ ਦਿੱਤੇ ਨੇ। ਉਹ ਇੱਕ ਮੈਂਡੇਟਰੀ ਪ੍ਰੋਵੀਜ਼ਨ ਹੈਗਾ, ਉਹ ਵੀ ਅਸੀਂ ਔਨ ਗਰਾਊਂਡ ਜਿਹੜੀਆਂ ਉਹ ਚੀਜ਼ਾਂ ਉੱਥੇ ਹੋਣਗੀਆਂ। ਸਰ 3 ਲੇਅਰ ਜਿਹੜੀ ਸਿਕਿਉਰਿਟੀ ਹੈ ਉਸ ਦਿਨ ਕਿੰਨੇ ਜਵਾਨ ਨੇ ਜਿਹੜੇ ਤੈਨਾਤ ਰਹਿਣਗੇ ਸਪੈਸ਼ਲੀ ਉਸ ਦਿਨ ਦੇ ਲਈ? ਦੇਖੋ ਬਦਲ ਇੱਕ ਪਲਟੂਨ ਹੈਗੀ ਹੈ CAPF ਦੀ, ਤੇ ਜਿਹੜੇ ਸਾਡੇ ਕੋਲ 200 ਦੇ ਕਰੀਬ ਅਸੀਂ ਬੰਦੇ 8 ਸੈਂਟਰਾਂ ਦੇ ਉੱਤੇ ਲਾਏ ਹੋਏ ਹੈ ਸਟੇਟ ਆਰਮ ਪੁਲਿਸ ਦੇ। 200 ਦੇ ਕਰੀਬ ਹੀ ਸਾਡੇ ਡਿਸਟ੍ਰਿਕਟ ਪੁਲਿਸ ਲੱਗੀ ਹੋਈ ਹੈ। ਸੋ ਉਹ ਐਜ਼ ਇਟ ਇਜ਼ ਕੰਟੀਨਿਊ ਕਰੇਗੀ। ਉਸ ਤੋਂ ਇਲਾਵਾ ਜਿਹੜੀ ਸਾਡੇ ਬਾਕੀ ਯੂਨਿਟਸ ਨੇ, ਰਿਜ਼ਰਵਸ ਨੇ, ਉਹ ਸਾਰੇ ਅਸੀਂ ਆਪਣਾ ਆਫਿਸ ਸਟਾਫ ਹੈ ਉਹ ਸਾਰਾ, ਜਿਵੇਂ ਪੋਲਿੰਗ ਡੇ ਵਾਲੇ ਦਿਨ ਆਪਾਂ ਮੈਕਸਿਮਮ ਮੋਬਿਲਾਈਜੇਸ਼ਨ ਕੀਤੀ ਸੀ, ਸਟ੍ਰਾਈਕਿੰਗ ਰਿਜ਼ਰਵਾਂ ਬਣਾਈਆਂ ਸੀ, ਉਹ ਸਾਰੀਆਂ ਇੱਦਾਂ ਹੀ ਹੋਣਗੀਆਂ ਵਿਦ ਮੈਜਿਸਟ੍ਰੇਟਸ। ਸਰ ਕੁਝ ਸੂਬਿਆਂ ਦੇ ਵਿੱਚ ਜਿਵੇਂ ਪਾਬੰਦੀਆਂ ਲਾਈ ਗਈਆਂ ਵਿਜੇ ਜਲੂਸ ਨੂੰ ਲੈ ਕੇ, ਲੁਧਿਆਣੇ ਦੇ ਵਿੱਚ ਕੁਝ ਇੱਦਾਂ ਦਾ ਹੈਗਾ ਕਿ ਕੋਈ ਪਾਬੰਦੀ ਲਗਾਈ ਗਈ ਹੈ ਕਿਸੇ ਖੇਤਰ ਦੇ ਵਿੱਚ ਜਿੱਥੇ ਜਿਹੜੀ ਜ਼ਿਆਦਾ ਸੈਂਸਿਟਿਵ ਹੈ? ਦੇਖੋ ਬਦਰ 144 ਤਾਂ ਸਾਰੇ ਹੀ ਚੱਲ ਰਹੀ ਹੈ। ਵਿਕਟਰੀ ਪ੍ਰੋਸੈਸ਼ਨ ਬਾਰੇ ਜੋ ECI ਗਾਈਡਲਾਈਨਸ ਮੈਂ ਤੁਹਾਨੂੰ ਦੱਸੀਆਂ ਕਿ ਉੱਥੋਂ ਕੋਈ ਸ਼ੁਰੂ ਨਹੀਂ ਕਰ ਸਕਦਾ, ਔਰ ਜੋ ਵੀ ਉਹ ਕੰਮ ਕਰਨਗੇ ਲਾਅ ਐਂਡ ਆਰਡਰ ਨੂੰ ਮੇਨਟੇਨ ਕਰਕੇ ਉਹਦਾ ਉਹਨੂੰ ਖਰਚਾ ਦੇਣਾ ਪਏਗਾ। ਤੇ ਸਰ ਇਹਦਾ ਰਿਲੇਟਡ ਹੀ ਹੈ, ਜਿਸ ਤਰ੍ਹਾਂ ਸਮਰਥਕ ਵੀ ਕਾਫੀ ਆਏ ਨੇ ਕੈਂਡੀਡੇਟ ਦੇ ਗਿਣਤੀ ਇਸ ਮੌਕੇ ਤੋਂ ਪਹਿਲੇ ਹੀ, ਉਹ ਅਲਾਉਡ ਹੈ ਨਾ ਜੀ? ਨਹੀਂ ਬਿਲਕੁਲ ਨਹੀਂ ਜੀ। ਹਾਂ, ਉਹ ਕਿਉਂਕਿ ਜ਼ਿਆਦਾ ਮੇਨ ਤਾਂ ਟ੍ਰੈਫਿਕ ਵੀ ਉਹ ਡਿਵਰਟ ਕਰ ਸਭ ਕੁਝ ਨਹੀਂ ਭਾਈ ਸਾਹਿਬ, ਦੇਖੋ ਉਸ ਏਰੀਏ ਜਾਏਗਾ ਹੀ ਆਥੋਰਾਈਜ਼ ਪਰਸਨ। ਮੈਂ ਪਹਿਲਾਂ ਹੀ ਇਸ ਗੱਲ ਨੂੰ ਫਲੈਗ ਕੀਤਾ ਕਿ ਉੱਥੇ ਅਲਾਉਡ ਹੀ ਆਪਾਂ ਉਹ ਕਰਾਂਗੇ ਜਿਨ੍ਹਾਂ ਨੂੰ ਹੁਣ ਹਰੇਕ RO ਸਾਨੂੰ ਕਾਊਂਟਿੰਗ ਸਟਾਫ ਦੇ ਵੀ ਨਾਮ ਦੇ ਰਿਹਾ, ਔਰ ਨਾਲ ਜਿਹੜੇ ਪੋਲਿੰਗ ਦਾ ਜਿਹੜਾ ਉਹਨਾਂ ਦੇ ਪੋਲੀਟੀਕਲ ਪਾਰਟੀਆਂ ਨੇ ਆਪਣੇ ਏਜੰਟਸ ਭੇਜਣੇ ਅੰਦਰ, ਕਾਊਂਟਿੰਗ ਏਜੰਟਸ ਜਾਂ ਜੋ ਵੀ ਉਹਨਾਂ ਨੂੰ ਕਹਿੰਦੇ ਆ, ਉਹਨਾਂ ਦੀ ਵੀ ਸਾਡੇ ਕੋਲ ਲਿਸਟ ਆ ਜਾਏਗੀ। ਉਹਨਾਂ ਦੋਨਾਂ ਦੀ ਐਂਟਰੀ ਵੀ ਵੱਖਰੀ ਹੈ। ਜਿਹੜਾ RO ਸਾਹਿਬਾਨ ਨੇ ਔਰ ਜਿਹੜਾ ਗਵਰਨਮੈਂਟ ਕਾਊਂਟਿੰਗ ਸਟਾਫ ਹੈ ਉਹ ਡਿਫਰੈਂਟ ਰਸਤੇ ਤੋਂ ਅੰਦਰ ਜਾਏਗਾ ਕਾਊਂਟਿੰਗ ਹਾਲ 'ਚ। ਜਿਹੜੇ ਦੂਸਰੇ ਨੇ ਪੋਲੀਟੀਕਲ ਪਾਰਟੀਆਂ ਵਾਲੇ ਉੱਥੇ ਜਾਣਗੇ, ਔਰ ਇਸ ਤੋਂ ਇਲਾਵਾ ਜਿਹੜਾ ਕੈਂਡੀਡੇਟ ਔਰ ਉਹਦਾ ਜਿਹੜਾ ਪੋਲਿੰਗ ਏਜੰਟ ਹੈ, ਦੋਨੋਂ 'ਚ ਇੱਕ ਬੰਦਾ ਅੰਦਰ ਟੇਬਲਾਂ ਦੇ ਨੇੜੇ ਜਾ ਕੇ ਜਿਹੜਾ ਵਾਇਰ ਮੈਸ਼ ਦੇ ਬਾਹਰ ਆਬਜ਼ਰਵ ਕਰ ਸਕਦਾ। ਇਹ ਨਹੀਂ ਹੋ ਸਕਦਾ ਕਿ ਕੈਂਡੀਡੇਟ ਵੀ ਉੱਥੇ ਬੈਠ ਜੇ ਤੇ ਪੋਲਿੰਗ ਏਜੰਟ ਵੀ ਹੋਵੇ। ਕਰੋਨਾ ਗਾਈਡਲਾਈਨ ਦਾ ਵੀ ਰੱਖਿਆ ਜਿੱਦਾਂ ਆਮ, ਕਿਉਂਕਿ VOTING ਵੇਲੇ ਵੀ ਕਾਫੀ ਉਹ ਤਾਂ ਭਾਈ ਸਾਹਿਬ ਸਾਰਾ ਹੈ ਹੀ ਹੈ ਜੋ ਚੱਲ ਰਿਹਾ, ਜੋ ਐਸ ਪਰ ਗਾਈਡਲਾਈਨਸ ਨੇ। ਪੋਲਿੰਗ ਏਜੰਟ ਕਾਫੀ ਹੁੰਦੇ ਸੀ, ਕੀ ਕੁਝ ਕਹਿ ਸਕਦੀ ਇੰਨੇ ਹੀ ਉਹ ਤਾਂ ਮੇਰੇ ਖਿਆਲ ਡੀ ਸਾਹਿਬ ਦੱਸ ਸਕਣਗੇ ਇਹਦੇ ਬਾਰੇ। ਪੋਲਿੰਗ ਏਜੰਟਾਂ ਦੀ ਸੰਖਿਆ ਤੇ ਕੋਈ ਫਰਕ ਨਹੀਂ, ਹਰ ਇੱਕ ਟੇਬਲ ਤੇ ਇੱਕ ਏਜੰਟ ਜਾ ਸਕਦਾ ਹੈਗਾ। ਕਰੋਨਾ ਕਰਕੇ ਸਿਰਫ ਇੰਨਾ ਫਰਕ ਹੈ ਕਿ ਅਸੀਂ 7 ਟੇਬਲ ਲਗਾਏ ਹੈ। ਹਰ ਜਗ੍ਹਾ ਤੇ ਜਿਹੜਾ ਹਾਲ ਹੈਗਾ 2-2 ਹਾਲ ਇਸ ਵਾਰੀ ਲਿੱਤੇ ਗਏ ਨੇ। 7 ਟੇਬਲ ਇੱਕ ਪਾਸੇ ਲਗਾਏ ਗਏ ਨੇ, 7 ਇੱਕ ਪਾਸੇ ਲਗਾਏ।